प्यारे विद्यार्थियों सत श्री अकाल सारिਆਂ ਨੂੰ। ਅੱਜ ਆਪਾਂ ਸੰਵਿਧਾਨ ਬਾਰੇ ਚਰਚਾ ਕਰਾਂਗੇ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਕਿ 15 ਅਗਸਤ 1947 ਤੋਂ ਪਹਿਲਾਂ 15 ਅਗਸਤ 1947 ਤੋਂ ਪਹਿਲਾਂ ਸਾਡਾ ਦੇਸ਼ ਹੈ ਜਿਹੜਾ ਉਹ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਸਾਡੇ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਸੀਗਾ। ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ 1934 ਦੇ ਵਿੱਚ ਪਹਿਲੀ ਵਾਰ ਭਾਰਤ ਦੇ ਵਿੱਚ ਸੰਵਿਧਾਨ ਦੀ ਮੰਗ ਕਰਨ ਵਾਲਾ ਜਿਹੜਾ ਵਿਅਕਤੀ ਸੀ ਉਸ ਦਾ ਨਾਮ ਹੈਗਾ ਸੀ M.N. ਰॉय। M.N. ਰॉय ਨਾਂ ਦਾ ਵਿਅਕਤੀ ਸੀ ਜਿਹੜਾ ਕਿ ਕਮਿਊਨਿਸਟ ਪਾਰਟੀ ਨਾਲ ਸੰਬੰਧ ਰੱਖਦਾ ਸੀਗਾ। ਸਭ ਤੋਂ ਪਹਿਲਾਂ 1934 ਦੇ ਵਿੱਚ M.N. ਰॉय ਨਾਂ ਦੇ ਵਿਅਕਤੀ ਨੇ ਸੰਵਿਧਾਨ ਦੀ ਜਿਹੜੀ ਆ ਮੰਗ ਉਠਾਈ ਸੀਗੀ ਅੰਗਰੇਜ਼ ਸਰਕਾਰ ਦੇ ਸਾਹਮਣੇ, ਕਿਉਂਕਿ ਭਾਰਤ ਬ੍ਰਿਟਿਸ਼ ਸਰਕਾਰ ਦੇ ਅੰਡਰ ਸੀਗਾ। ਇਸ ਤੋਂ ਬਾਅਦ 1935 ਦੇ ਵਿੱਚ ਸਾਡੀ ਜਿਹੜੀ ਉਸ ਸਮੇਂ ਦੀ ਮੁੱਖ ਰਾਜਨੀਤਿਕ ਪਾਰਟੀ ਸੀ ਨੈਸ਼ਨਲ ਕਾਂਗਰਸ, ਉਸਨੇ ਸੰਵਿਧਾਨ ਦੀ ਜਿਹੜੀ ਮੰਗ ਉਠਾਈ 1935 ਦੇ ਵਿੱਚ। ਇਸ ਤੋਂ ਬਾਅਦ ਜੇ ਅਸੀਂ ਇਸ ਦੀ ਕੜੀ ਨੂੰ ਜਾਰੀ ਰੱਖੀਏ ਤਾਂ 1938 ਦੇ ਵਿੱਚ ਉਸ ਸਮੇਂ ਦੇ ਜਿਹੜੇ ਪ੍ਰਮੁੱਖ ਲੀਡਰ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਦੀ ਜਿਹੜੀ ਮੰਗ ਉਠਾਈ ਅਤੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਵੀ ਕਾਂਗਰਸ ਪਾਰਟੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਦੀ ਮੰਗ ਉਠਾਈ ਅਤੇ ਅਖੀਰ ਦੇ ਉੱਤੇ 1940 ਦੇ ਵਿੱਚ ਉਹਨਾਂ ਦੀ ਜਿਹੜੀ ਮੰਗ ਆ ਉਹ ਸਵੀਕਾਰ ਕੀਤੀ ਗਈ 1940 ਦੇ ਵਿੱਚ। ਤਾਂ ਪਿਆਰੇ ਵਿਦਿਆਰਥੀਓ, ਇੱਕ ਆਪਾਂ ਰੂਪਰੇਖਾ ਬਣ ਰਹੇ ਹਾਂ। ਮੈਂ ਤੁਹਾਨੂੰ ਦੱਸ ਰਿਹਾ ਵੀ ਸੰਵਿਧਾਨ ਕਿਸ ਤਰ੍ਹਾਂ ਜਿਹੜੀ ਸੰਵਿਧਾਨ ਦੀ ਰੂਪਰੇਖਾ ਸ਼ੁਰੂ ਹੋਈ। ਦੁਬਾਰਾ ਫਿਰ ਮੈਂ ਤੁਹਾਨੂੰ ਦੱਸਦਾ, 1934 ਦੇ ਵਿੱਚ ਜਦੋਂ ਭਾਰਤ ਸਾਡਾ ਗੁਲਾਮ ਸੀ ਤਾਂ M.N. ਰॉय ਨਾਂ ਦਾ ਵਿਅਕਤੀ ਸੀ ਜਿਸ ਨੇ ਸਾਡੇ ਸੰਵਿਧਾਨ ਦੀ ਮੰਗ ਆ ਜਿਹੜੀ ਉਹ ਰੱਖੀ ਸੀ ਅੰਗਰੇਜ਼ਾਂ ਦੇ ਸਾਹਮਣੇ। ਉਸ ਤੋਂ ਬਾਅਦ 1935 ਦੇ ਵਿੱਚ ਨੈਸ਼ਨਲ ਕਾਂਗਰਸ ਪਾਰਟੀ, ਜਿਹਦੀ ਸਥਾਪਨਾ 1885 ਦੇ ਵਿੱਚ ਹੋਈ ਸੀਗੀ, ਸ਼੍ਰੀ A.O. ਹਿਊਮ ਨੇ ਕੀਤੀ ਸੀ, ਉਸ ਪਾਰਟੀ ਨੇ ਇਹ ਮੰਗ ਰੱਖੀ। 1938 ਵਿੱਚ ਉਸੇ ਪਾਰਟੀ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਕੱਦਾਵਰ ਨੇਤਾ ਸੀਗੇ ਉਹਨਾਂ ਨੇ ਇਹ ਮੰਗ ਰੱਖੀ ਤੇ 1940 ਦੇ ਵਿੱਚ ਇਹ ਮੰਗ ਆ ਜਿਹੜੀ ਪੂਰੀ ਹੋਈ। ਇਹ ਮੰਗ ਕਿਸ ਤਰ੍ਹਾਂ ਪੂਰੀ ਹੋਈ ਤਾਂ ਉਸ ਸਮੇਂ ਇੱਕ ਕੈਬਨਿਟ ਮਿਸ਼ਨ ਪਲਾਨ ਸੀਗਾ। ਸਰਕਾਰ ਨੇ ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਹਨਾਂ ਨੇ ਸੰਵਿਧਾਨ ਸਭਾ ਬਣਾਉਣ ਦੀ ਜਿਹੜੀ ਮੰਗ ਆ ਉਹ ਭਾਰਤੀਆਂ ਦੇ ਸਾਹਮਣੇ ਰੱਖੀ ਵੀ ਕਿ ਸੰਵਿਧਾਨ ਸਭਾ ਦੀ ਜਿਹੜੀ ਇੱਕ ਨਿਰਮਾਣ ਕੀਤਾ ਜਾਵੇਗਾ ਜਿਹੜੀ ਕਿ ਸੰਵਿਧਾਨ ਦਾ ਨਿਰਮਾਣ ਕਰੇਗੀ। ਤਾਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੰਵਿਧਾਨ ਸਭਾ ਸੀਗੀ ਉਹਦੇ ਵਾਸਤੇ 1946 ਨਵੰਬਰ 1946 ਦੇ ਵਿੱਚ, ਇਹ ਤੁਸੀਂ ਡੇਟ ਯਾਦ ਰੱਖਣੀ ਹੈਗੀ ਜਿੱਥੋਂ ਸਾਡਾ ਰੂਪਰੇਖਾ ਕੰਮ ਸ਼ੁਰੂ ਹੋਇਆ, ਨਵੰਬਰ 1946। ਨਵੰਬਰ 1946 ਦੇ ਵਿੱਚ ਸੰਵਿਧਾਨ ਸਭਾ ਦੀ ਜਿਹੜੀ ਬਣਤਰ ਹੈਗੀ ਉਹ ਸਾਡੇ ਸਾਹਮਣੇ ਆਈ। ਨਵੰਬਰ 1946 ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਕੁੱਲ 399 ਮੈਂਬਰਾਂ ਦੀ ਚੋਣ ਕੀਤੀ ਗਈ। 399 ਮੈਂਬਰਾਂ ਦੇ ਵਿੱਚੋਂ ਪਿਆਰੇ ਵਿਦਿਆਰਥੀਓ ਜਿਹੜਾ ਭਾਰਤ ਸੀ ਉਸ ਸਮੇਂ ਉਹਦੇ ਵਿੱਚ ਇੱਕ ਤਾਂ ਅਜਿਹੇ ਖੇਤਰ ਸੀ ਜਿਹੜੇ ਕਿ ਬ੍ਰਿਟਿਸ਼ ਸਰਕਾਰ ਦੇ ਅਧੀਨ ਸੀਗੇ ਸਿੱਧੇ, ਤੇ ਉਹਨਾਂ ਨੂੰ ਪ੍ਰੋਵਿੰਸ ਕਿਹਾ ਜਾਂਦਾ ਸੀ, ਪ੍ਰਦੇਸ਼ ਕਿਹਾ ਜਾਂਦਾ ਸੀਗਾ। ਜਿਹੜੇ ਬ੍ਰਿਟਿਸ਼ ਦੇ ਅਧੀਨ ਸੀਗੇ ਪ੍ਰਦੇਸ਼, ਬ੍ਰਿਟਿਸ਼ ਪ੍ਰਦੇਸ਼, ਪਲੱਸ ਇੱਥੇ ਰਿਆਸਤਾਂ ਸੀਗੀਆਂ ਬਹੁਤ ਸਾਰੀਆਂ ਤੇ ਬਹੁਤ ਸਾਰੀਆਂ ਰਿਆਸਤਾਂ ਸੀਗੀਆਂ ਜਿੱਥੇ ਕਿ ਛੋਟੀਆਂ ਰਾਜੇ ਸੀ, ਕੋਈ ਰਿਆਸਤਾਂ ਵੱਡੀਆਂ ਵੀ ਸੀਗੀਆਂ। ਤਾਂ ਇੱਥੇ ਹੁਣ ਜਿਹੜੇ 399 ਮੈਂਬਰ ਸੀ ਉਹਨਾਂ ਦੇ ਵਿੱਚੋਂ ਜਿਹੜੇ 296 ਮੈਂਬਰ ਸੀਗੇ ਉਹ ਬ੍ਰਿਟਿਸ਼ ਪ੍ਰੋਵਿੰਸ ਸੀਗੇ, ਬ੍ਰਿਟਿਸ਼ ਪ੍ਰਦੇਸ਼ ਸੀ, ਉਹਨਾਂ ਦੇ ਵਿੱਚੋਂ ਚੁਣੇ ਗਏ। ਬਾਕੀ ਦੇ ਜਿਹੜੇ 93 ਮੈਂਬਰ ਸੀਗੇ ਉਹ ਜਿਹੜੀਆਂ ਰਿਆਸਤਾਂ ਸੀ ਉਹਨਾਂ ਦੇ ਵਿੱਚੋਂ ਨੋਮੀਨੇਟ ਕੀਤੇ ਗਏ। ਇੱਥੇ ਇੱਕ ਗੱਲ ਤੁਸੀਂ ਧਿਆਨ ਰੱਖਣੀ ਹੈ ਵੀ ਜਿਹੜੇ 296 ਮੈਂਬਰ ਚੁਣੇ ਗਏ ਸੀਗੇ ਉਹ ਡਾਇਰੈਕਟ ਵੋਟਾਂ ਰਾਹੀਂ ਨਹੀਂ ਸੀ ਚੁਣੇ ਗਏ, ਉਹ ਇਨਡਾਇਰੈਕਟ
ਸਿੱਧੇ ਤਰੀਕੇ ਨਾਲ ਲੋਕਾਂ ਦੁਆਰਾ ਚੁਣੇ ਗਏ ਸੀਗੇ। ਹੁਣ ਇਹ 296 ਮੈਂਬਰ ਕੌਣ ਸੀਗੇ? ਇਹ ਜਿਹੜੇ 296 ਮੈਂਬਰ ਸੀ, ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਮੈਂਬਰ ਸੀਗੇ 296 ਦੇ ਵਿੱਚੋਂ 208 ਮੈਂਬਰ ਸੀਗੇ ਜਿਹੜੇ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਰੱਖਦੇ ਸੀਗੇ, ਨੈਸ਼ਨਲ ਕਾਂਗਰਸ ਨਾਲ। ਇਸ ਤੋਂ ਬਾਅਦ ਜਿਹੜੀ ਮੁੱਖ ਦੂਸਰੀ ਪਾਰਟੀ ਸੀ, ਜਿਹਨੂੰ ਅਸੀਂ ਮੁਸਲਿਮ ਲੀਗ ਕਹਿੰਦੇ ਹੈਗੇ, ਉਸ ਦੇ ਜਿਹੜੇ ਹੈਗੇ ਸੀਗੇ ਮੈਂਬਰ 73 ਮੈਂਬਰ ਸੀਗੇ। ਅਤੇ ਬਾਕੀ ਜਿਹੜੀਆਂ ਅਦਰਸ ਪਾਰਟੀਆਂ ਸੀਗੀਆਂ, ਅਦਰਸ ਪਾਰਟੀ ਨਾਲ ਯਾਨੀ ਕਿ ਹੋਰਾਂ ਪਾਰਟੀਆਂ ਦੇ 15 ਮੈਂਬਰ ਸ਼ਾਮਲ ਸੀਗੇ। ਤਾਂ ਇਸ ਤਰ੍ਹਾਂ ਇਹ ਕੁੱਲ 296 ਮੈਂਬਰ ਆ ਜਿਹੜੇ ਇਨਡਾਇਰੈਕਟ ਤਰੀਕੇ ਨਾਲ ਲੋਕਾਂ ਦੁਆਰਾ ਚੁਣੇ ਗਏ ਸੀਗੇ। ਤੇ 93 ਮੈਂਬਰ ਨੇ ਜਿਹੜੇ ਰਾਜੇ ਸੀਗੇ, ਆਬਾਦੀ ਦੇ ਹਿਸਾਬ ਨਾਲ ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਸੀਟਾਂ ਦਾ ਅਨੁਪਾਤ ਦਿੱਤਾ ਗਿਆ ਸੀ। ਇਸ ਤਰ੍ਹਾਂ ਕੁੱਲ 399, ਇਹ ਤੁਸੀਂ ਗਿਣਤੀ ਯਾਦ ਰੱਖਣੀ ਹੈ, 399 ਮੈਂਬਰਾਂ ਦੀ ਜਿਹੜੀ ਚੋਣ ਆ ਸੰਵਿਧਾਨ ਸਭਾ ਦੇ ਵਿੱਚ ਉਹ ਚੋਣ ਕੀਤੀ ਗਈ ਸੀਗੀ। ਪਿਆਰੇ ਵਿਦਿਆਰਥੀਓ, ਇਹ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਮੁੱਢ ਸੀਗਾ ਜਿੱਥੋਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਚਲਾਉਣ ਵਾਸਤੇ ਸੰਵਿਧਾਨ ਦੀ ਲੋੜ ਪੈਣੀ ਸੀ। ਤੇ ਕਿਤੇ ਨਾ ਕਿਤੇ ਅੰਗਰੇਜ਼ ਆ ਜਿਹੜੇ ਸਹਿਮਤ ਦਿਖਾਈ ਦੇ ਰਹੇ ਸੀ, ਕਿਉਂਕਿ ਅੰਦੋਲਨ ਚੱਲ ਰਹੇ ਸੀਗੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਇੱਥੇ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਕਿ ਉਸ ਸਮੇਂ ਦੀਆਂ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਸੀਗੀਆਂ, ਜਿਸ ਤਰ੍ਹਾਂ ਮਹਾਤਮਾ ਗਾਂਧੀ, ਤੇ ਮੁਸਲਿਮ ਲੀਗ ਦੇ ਵਿੱਚ ਸੀਗੇ ਜਿਹੜੇ ਮੁਹੰਮਦ ਅਲੀ ਜਿਨਾਹ। ਇਹ ਜਿਹੜੇ ਦੋਨੋਂ ਪਰਸਨੈਲਿਟੀ ਸੀਗੀਆਂ, ਸ਼ਖਸੀਅਤਾਂ ਸੀ, ਇਹ ਸਾਡੇ ਸੰਵਿਧਾਨ ਸਭਾ ਦੇ ਵਿੱਚ ਸ਼ਾਮਲ ਨਹੀਂ ਸੀਗੀਆਂ। ਹਾਲਾਂਕਿ ਉਸ ਸਮੇਂ ਦੇ ਜਿਹੜੇ ਪ੍ਰਮੁੱਖ ਲੀਡਰ ਸੀ ਉਹ ਸਾਰੇ ਸੰਵਿਧਾਨ ਸਭਾ ਦੇ ਵਿੱਚ ਸ਼ਾਮਲ ਸੀ, ਇਹਨਾਂ ਦੋਨਾਂ ਨੂੰ ਛੱਡ ਕੇ। ਹੁਣ ਇਸ ਤੋਂ ਬਾਅਦ ਜਦੋਂ ਸੰਵਿਧਾਨ ਸਭਾ ਤਿਆਰ ਹੋ ਗਈ ਤਾਂ ਸੰਵਿਧਾਨ ਸਭਾ ਦਾ ਜਿਹੜਾ ਕੰਮ ਸ਼ੁਰੂ ਹੋਵੇਗਾ। ਕੰਮ ਕੀ ਸੀਗੀਆਂ? ਤਾਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਮੀਟਿੰਗਾਂ ਹੋਣੀਆਂ ਸੀਗੀਆਂ। ਤਾਂ ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਨਾਲ ਮੀਟਿੰਗਾਂ ਹੋਈਆਂ, ਜਾਣੀ ਕਿ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਸੀ, ਉਸ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਹੋਈਆਂ। ਤਾਂ ਮੀਟਿੰਗ ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਹੋਈ ਸੀਗੀ, ਫਸਟ ਮੀਟਿੰਗ ਹੋਈ ਸੀ 9 ਦਸੰਬਰ 1946 ਦੇ ਵਿੱਚ ਪਹਿਲੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੇ ਵਿੱਚ ਜਿਹੜੀ ਮੁਸਲਿਮ ਲੀਗ ਦੇ ਮੈਂਬਰ ਸੀ ਉਹ ਸ਼ਾਮਲ ਨਹੀਂ ਸੀ ਹੋਏ ਹੈਗੇ। ਤੇ ਪਹਿਲੀ ਮੀਟਿੰਗ ਦੇ ਵਿੱਚ ਸਿਰਫ ਜਿਹੜੇ ਕਾਰਜਕਾਰੀ, ਸਾਡੀ ਸੰਵਿਧਾਨ ਸਭਾ ਦੇ ਕਾਰਜਕਾਰੀ ਜਿਹੜੇ ਕਾਰਜਕਾਰੀ ਪ੍ਰਧਾਨ ਸੀਗੇ, ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਸੀ ਸੰਵਿਧਾਨ ਸਭਾ ਦੇ, ਉਹਨਾਂ ਦੀ ਚੋਣ ਕੀਤੀ ਗਈ। ਉਹਨਾਂ ਦਾ ਨਾਮ ਸੀ M.A. ਜਿਨਾਹ। ਉਹਨਾਂ ਦਾ M.A. ਜਿਨਾਹ ਨਹੀਂ, ਮਾਫ ਕਰਨਾ। ਜਿਹੜੇ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਦਾ ਨਾਮ ਸੀਗਾ ਡਾਕਟਰ ਸਚਿਦਾਨੰਦ ਸਿਨਹਾ। ਤੁਸੀਂ ਯਾਦ ਰੱਖਣਾ ਹੈਗਾ, ਡਾਕਟਰ ਸਚਿਦਾਨੰਦ ਸਿਨਹਾ ਸੀ ਜਿਹੜੇ ਕਾਰਜਕਾਰੀ ਪ੍ਰਧਾਨ ਸੀਗੇ। ਜਿਹੜੀ ਦੂਸਰੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਦੋਂ ਕਾਰਜਕਾਰੀ ਪ੍ਰਧਾਨ ਬਣ ਗਏ, ਤਾਂ ਦੂਸਰੀ ਮੀਟਿੰਗ ਉਸ ਤੋਂ ਅਗਲੇ ਹੀ 2 ਦਿਨਾਂ ਬਾਅਦ ਹੋਈ ਸੀ 11 ਦਸੰਬਰ ਨੂੰ। ਉਹਦੇ ਵਿੱਚ ਜਿਹੜੇ ਪਰਮਾਨੈਂਟ ਪ੍ਰਧਾਨ ਚੁਣੇ ਗਏ ਸੰਵਿਧਾਨ ਸਭਾ ਦੇ, ਇਹ ਮਹੱਤਵਪੂਰਨ ਚੀਜ਼ ਹੈ, ਤੁਸੀਂ ਯਾਦ ਰੱਖਣੀ ਆ, ਉਹ ਸਨ ਸਾਡੇ ਡਾਕਟਰ ਰਜਿੰਦਰ ਪ੍ਰਸਾਦ ਜੀ। ਇਹ ਸਾਡੀ ਜਿਹੜੀ ਸੰਵਿਧਾਨ ਸਭਾ ਸੀ ਉਹਦੇ ਇਹ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਜਾਣੀ ਕਿ ਇੱਕ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸੰਵਿਧਾਨ ਸਭਾ ਦਾ ਕੰਮ ਆ ਉਹ ਸ਼ੁਰੂ ਹੋ ਗਿਆ ਸੀਗਾ। ਇਸ ਦੇ ਵਿੱਚ ਵੀ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾ ਦਿਆਂ ਵੀ ਇਸ ਮੀਟਿੰਗ ਦੇ ਵਿੱਚ ਵੀ ਜਿਹੜੇ ਮੁਸਲਿਮ ਲੀਗ ਦੇ ਮੈਂਬਰ ਸੀ ਉਹ ਸ਼ਾਮਲ ਨਹੀਂ ਸੀ ਹੋਏ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨਾਂ ਨੇ ਇੱਕ ਸਹਿਮਤੀ ਦਰਸਾ ਦਿੱਤੀ ਸੀ ਵੀ ਪਾਕਿਸਤਾਨ ਕੰਟਰੀ ਹੈ ਜਿਹੜਾ ਇੱਕ ਵੱਖਰੇ ਤੌਰ 'ਤੇ ਬਣੇਗਾ, ਜਿਸ ਕਰਕੇ ਉਹਨਾਂ ਨੇ, ਕਿਉਂਕਿ ਉਹਨਾਂ ਕੋਲ ਬਹੁਮਤ ਨਹੀਂ ਸੀ, ਸੀਟਾਂ ਵੀ ਘੱਟ ਸੀ, ਤੇ ਉਹ ਕਿਤੇ ਨਾ ਕਿਤੇ ਸੰਵਿਧਾਨ ਇਸ ਮੀਟਿੰਗ ਦੇ ਵਿੱਚੋਂ ਵੀ ਗੈਰ ਹਾਜ਼ਰ ਰਹੇ ਸੀਗੇ। ਇਸ ਤਰ੍ਹਾਂ ਇਸ ਤੋਂ ਬਾਅਦ ਪਿਆਰੇ ਵਿਦਿਆਰਥੀਓ ਸਾਡੀ ਜਿਹੜੀ ਸੰਵਿਧਾਨ ਸਭਾ ਉਹਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਗਿਆ ਸੀਗਾ। ਸਭ ਤੋਂ ਪਹਿਲਾਂ ਜਿਹੜੀ ਸਾਡੀ ਸੰਵਿਧਾਨ ਸਭਾ ਸੀਗੀ, ਜੇ ਅਸੀਂ ਮੁੱਖ ਰੂਪ ਦੇ ਵਿੱਚ ਦੇਖੀਏ ਤਾਂ ਸੰਵਿਧਾਨ ਸਭਾ ਨੇ, ਜਿਹੜੀ ਇੱਕ ਸੰਵਿਧਾਨ ਸਭਾ ਸੀ ਉਹਦੇ ਵਿੱਚ ਤਾਂ ਪਿਆਰੇ ਵਿਦਿਆਰਥੀਓ ਜਿਹੜੀ ਸੰਵਿਧਾਨ ਸਭਾ ਦੀ ਉਹਦੇ ਵਿੱਚ ਜਿਹੜੀ ਮੁੱਖ ਕਮੇਟੀ ਸੀ
ਜਿਹਨੂੰ ਅਸੀਂ ਡਰਾਫਟਿੰਗ ਕਮੇਟੀ ਕਹਿੰਦੇ ਹੈਗੇ, ਡਰਾਫਟਿੰਗ ਕਮੇਟੀ, ਜਿਹਨੇ ਕਿ ਸੰਵਿਧਾਨ ਦਾ ਡਰਾਫਟਿੰਗ ਜਾਣੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਸਟਰਕਚਰ ਤਿਆਰ ਕੀਤੀ। ਉਹ ਜਿਹੜੀ ਕਮੇਟੀ ਸੀ, ਉਸ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹ ਡਾਕਟਰ ਭੀਮ ਰਾਓ ਅੰਬੇਦਕਰ ਸੀਗੇ। ਡਾਕਟਰ ਭੀਮ ਰਾਓ ਅੰਬੇਦਕਰ, ਡਾਕਟਰ ਭੀਮ ਰਾਓ ਅੰਬੇਦਕਰ। ਡਾਕਟਰ ਭੀਮ ਰਾਓ ਜਿਹੜੀ ਸੰਵਿਧਾਨ ਦੀ ਸਾਡੀ ਡਰਾਫਟਿੰਗ ਕਮੇਟੀ ਸੀ, ਉਹਦੇ ਜਿਹੜੇ ਮੁਖੀ ਨਿਯੁਕਤ ਕੀਤੇ ਗਏ ਡਰਾਫਟਿੰਗ ਕਮੇਟੀ ਦੇ। ਇੱਥੇ ਇੱਕ ਗੱਲ ਯਾਦ ਰੱਖਣ ਯੋਗ ਹੈ ਪਿਆਰੇ ਵਿਦਿਆਰਥੀਓ, ਵੀ ਜਿਹੜੀ ਇਸ ਤੋਂ ਬਾਅਦ ਸੰਵਿਧਾਨ ਸਭਾ ਸੀ ਜਿਹੜੀ, ਉਹਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਜਿਹੜੀਆਂ ਮੁੱਖ ਕਮੇਟੀਆਂ ਸੀਗੀਆਂ, ਮੁੱਖ ਕਮੇਟੀਆਂ ਦੀ ਜਿਹੜੀ ਗਿਣਤੀ ਸੀ 8 ਸੀ, ਅਤੇ ਜਿਹੜੀਆਂ ਛੋਟੀਆਂ ਕਮੇਟੀਆਂ ਸੀਗੀਆਂ ਦੂਸਰੀਆਂ, ਜਿਹਨੂੰ ਅਸੀਂ ਉਪ ਕਮੇਟੀਆਂ ਵੀ ਕਹਿ ਸਕਦੇ ਹਾਂ, ਜਾਂ ਜਿਹੜੀਆਂ ਮਾਈਨਰ ਛੋਟੀਆਂ ਕਮੇਟੀਆਂ ਸੀਗੀਆਂ, ਉਹਨਾਂ ਦੀ ਗਿਣਤੀ ਹੈਗੀ ਸੀ 15। 8 ਮੁੱਖ ਕਮੇਟੀਆਂ ਸੀ ਤੇ 15 ਛੋਟੀਆਂ ਕਮੇਟੀਆਂ ਸੀਗੀਆਂ। ਇਹ ਤੁਸੀਂ ਯਾਦ ਰੱਖਣਾ, 8 ਮੁੱਖ ਕਮੇਟੀਆਂ ਤੇ 15 ਛੋਟੀਆਂ ਕਮੇਟੀਆਂ। ਜਿਸ ਤਰ੍ਹਾਂ ਡਰਾਫਟਿੰਗ ਕਮੇਟੀ ਆ, ਇਹ ਇੱਕ ਮੁੱਖ ਕਮੇਟੀ ਸੀ ਜਿਹਨੇ ਕਿ ਸਾਡੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ। ਇੱਥੇ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਵੀ ਜਿਹੜਾ ਸਾਡਾ ਸੰਵਿਧਾਨ ਤਿਆਰ ਕੀਤਾ ਗਿਆ, ਤਾਂ ਉਸ ਸਮੇਂ ਜਿਹੜੇ ਦੁਨੀਆ ਦੇ ਵਿੱਚ ਹੋਰ ਸੰਵਿਧਾਨ ਜਿਹੜੇ ਆਲਰੇਡੀ ਤਿਆਰ ਸੀਗੇ, ਉਹਨਾਂ ਤੋਂ ਵੀ ਕਾਫੀ ਮਦਦ ਲਈ ਗਈ।